ਤਾਂ ਸਭ ਤੋਂ ਪਹਿਲਾਂ ਖੇਤੀ ਕਾਨੂੰਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਖੇਤੀ ਕਾਨੂੰਨਾਂ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੈ। ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਦੂਜਾ ਸੱਦਾ ਹੁਣ ਆਇਆ ਹੈ। ਦਰਅਸਲ 14 ਅਕਤੂਬਰ ਨੂੰ ਦਿੱਲੀ ਦੇ ਵਿੱਚ ਇੱਕ ਬੈਠਕ ਬੁਲਾਈ ਗਈ ਹੈ। ਮੀਟਿੰਗ 'ਚ ਸ਼ਾਮਲ ਹੋਣ ਬਾਰੇ ਕਿਸਾਨਾਂ ਦਾ ਹਲੇ ਫੈਸਲਾ ਲੈਣਾ ਬਾਕੀ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਇਸ ਵਾਰ ਉਮੀਦ ਹੈ ਕਿ ਇਸ ਮੀਟਿੰਗ 'ਚ ਹਿੱਸਾ ਲੈ ਸਕਦੀਆਂ ਨੇ, ਪਰ ਇਸ ਬਾਰੇ ਹਲੇ ਆਖਰੀ ਫੈਸਲਾ ਨਹੀਂ ਲਿਆ ਗਿਆ। 14 ਅਕਤੂਬਰ ਤੱਕ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਨੂੰ ਵੀ ਜਾਰੀ ਰੱਖਿਆ ਹੋਇਆ ਹੈ। ਸੋ ਕੇਂਦਰੀ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਸੱਦਾ ਆਇਆ ਹੈ ਔਰ ਪਹਿਲਾਂ 8 ਅਕਤੂਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਔਰ ਉਦੋਂ ਕਿਸਾਨਾਂ ਨੇ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੋ ਚਿੱਠੀ ਹੁਣ ਬਕਾਇਦਾ ਭੇਜੀ ਗਈ ਹੈ ਇੱਕ ਖੇਤੀਬਾੜੀ ਮਹਿਕਮੇ ਦੇ ਲੈਟਰ ਹੈਡ ਤੇ ਔਰ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਕੇਂਦਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਉਤਸੁਕ ਹੈ। 14 ਅਕਤੂਬਰ ਨੂੰ ਸਵੇਰੇ 11:30 ਵਜੇ ਕ੍ਰਿਸ਼ੀ ਭਵਨ ਦੇ ਵਿੱਚ ਇਹ ਮੀਟਿੰਗ ਬੁਲਾਈ ਗਈ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ। ਪਿਛਲੇ ਵਾਰ ਦੇ ਇਨਵੀਟੇਸ਼ਨ ਤੇ ਇਸ ਵਾਰ ਦੇ ਇਨਵੀਟੇਸ਼ਨ 'ਚ ਫਰਕ ਇਹ ਹੈ ਕਿ ਪਿਛਲੀ ਵਾਰ ਕਿਸਾਨਾਂ ਨੂੰ ਇੱਕ ਕਾਨਫਰੰਸ ਦੇ ਲਈ ਸੱਦਾ ਦਿੱਤਾ ਗਿਆ ਸੀ ਔਰ ਕਿਹਾ ਗਿਆ ਸੀ ਕਿ ਜੋ ਇਸ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦੇ ਖਦਸ਼ੇ ਨੇ ਉਹਨਾਂ ਨੂੰ ਦੂਰ ਕੀਤਾ ਜਾਵੇਗਾ। ਪਰ ਇਸ ਵਾਰ ਜਿਹੜਾ ਸੱਦਾ ਭੇਜਿਆ ਗਿਆ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਕਿਸਾਨਾਂ ਦੇ ਨਾਲ ਕੇਂਦਰ ਗੱਲਬਾਤ ਕਰਨ ਦੇ ਲਈ ਉਤਸੁਕ ਹੈ ਔਰ ਉਹਨਾਂ ਦੇ ਨਾਲ ਟੇਬਲ ਟਾਕ ਕੀਤੀ ਜਾਏਗੀ। ਉਹਨਾਂ ਦੇ ਨਾਲ ਟੇਬਲ ਤੇ ਬੈਠ ਕੇ ਗੱਲਬਾਤ ਕੀਤੀ ਜਾਏਗੀ। ਜੋ ਵੀ ਉਹਨਾਂ ਦੇ ਖਦਸ਼ੇ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ 14 ਅਕਤੂਬਰ ਨੂੰ ਮੀਟਿੰਗ ਬੁਲਾਈ ਹੈ। ਪੰਜਾਬ ਬੀਜੇਪੀ ਦੇ ਆਗੂ ਲਗਾਤਾਰ ਲੱਗੇ ਹੋਏ ਨੇ ਕਿਸਾਨਾਂ ਦੇ ਨਾਲ ਰਾਬਤਾ ਬਣਾਉਣ ਦੇ ਲਈ ਔਰ 8 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਉਹ 8 ਮੈਂਬਰੀ ਕਮੇਟੀ ਕਿਸਾਨਾਂ ਦੇ ਨਾਲ ਲਗਾਤਾਰ ਟੱਚ 'ਚ ਹੈ ਔਰ ਉਮੀਦ ਜਤਾ ਰਹੀ ਹੈ ਕਿ ਕਿਸਾਨਾਂ ਦੀ 14 ਅਕਤੂਬਰ ਨੂੰ ਕੇਂਦਰ ਦੇ ਨਾਲ ਮੀਟਿੰਗ ਹੋਏਗੀ। ਕੇਂਦਰ ਦੇ ਖੇਤੀ ਕਾਨੂੰਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੇ ਪੰਜਾਬ ਦੀ ਰਫ਼ਤਾਰ ਤੇ ਬ੍ਰੇਕ ਲਾਈ ਹੋਈ ਹੈ। ਸੰਘਰਸ਼ ਕਿਸਾਨਾਂ ਦਾ ਤਿੱਖਾ ਵੀ ਹੋ ਰਿਹਾ ਹੈ ਤੇ ਲੰਬਾ ਵੀ ਖਿੱਚਦਾ ਜਾ ਰਿਹਾ ਹੈ। ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਕੇਂਦਰ ਨੇ ਇੱਕ ਵਾਰ ਫਿਰ ਤੋਂ ਗੱਲਬਾਤ ਅੱਗੇ ਤੋਰੀ ਹੈ। ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਨੂੰ ਬੁੱਧਵਾਰ ਨੂੰ ਗੱਲਬਾਤ ਦੇ ਲਈ ਦਿੱਲੀ ਸੱਦਿਆ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਦੇ ਵੱਲੋਂ ਲਿਖੀ ਚਿੱਠੀ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਦੇ ਲਈ ਕੇਂਦਰ ਨੂੰ ਉਤਸੁਕ ਦੱਸਿਆ ਗਿਆ ਹੈ। ਮਾਣਯੋਗ ਪੰਜਾਬ 'ਚ ਪਿਛਲੇ ਦਿਨਾਂ ਤੋਂ ਖੇਤੀਬਾੜੀ ਸੰਬੰਧੀ ਕਿਸਾਨ ਅੰਦੋਲਨ ਕਰ ਰਹੇ ਨੇ। ਭਾਰਤ ਸਰਕਾਰ ਖੇਤੀਬਾੜੀ ਨੂੰ ਲੈ ਕੇ ਹਮੇਸ਼ਾ ਗੰਭੀਰ ਰਹੀ ਹੈ। ਇਸ ਲਈ ਕੇਂਦਰ ਸਰਕਾਰ ਤੁਹਾਡੇ ਨਾਲ ਗੱਲਬਾਤ ਦੇ ਲਈ ਉਤਸੁਕ ਹੈ। ਕਿਰਪਾ ਕਰਕੇ ਮਿਤੀ 14 ਅਕਤੂਬਰ 2020 ਨੂੰ ਸਵੇਰੇ 11:30 ਵਜੇ ਕਮਰਾ ਨੰਬਰ 142 ਖੇਤੀਬਾੜੀ ਮੰਤਰਾਲਾ ਨਵੀਂ ਦਿੱਲੀ ਦੇ ਵਿੱਚ ਚਰਚਾ ਦੇ ਲਈ ਪਹੁੰਚਣ ਦਾ ਕਸ਼ਟ ਕਰੋ। ਹੁਣ ਸੈਂਟਰ ਵਾਲੇ ਕਹਿੰਦੇ ਅਸੀਂ ਤਾਂ ਅੱਛਾ ਬਣਾਇਆ, ਇਹ ਕਹਿੰਦੇ ਬੁਰਾ ਬਣਾਇਆ, ਤਾਂ ਅਸੀਂ ਸੈਂਟਰ ਵਾਲੇ ਅੱਛਾ ਅੱਛਾ ਕਹਿੰਦੇ ਰਹਿਣ, ਇਹ ਬੁਰਾ ਬੁਰਾ ਕਹਿੰਦੇ ਰਹਿਣ। ਕੋਈ ਹੱਲ ਹੈ? ਜਦੋਂ ਤੱਕ ਅਸੀਂ ਇੱਕ ਟੇਬਲ ਤੇ ਨਹੀਂ ਬੈਠਾਂਗੇ ਹੱਲ ਹੋਊਗਾ। ਮੈਂ ਕਿਸਾਨ ਜਥੇਬੰਦੀਆਂ ਨੂੰ ਪ੍ਰਾਰਥਨਾ ਕਰਦਾ, ਮੈਂ ਅਪੀਲ ਕਰਦਾ, ਜ਼ਰੂਰ ਜਾਣ, ਗੱਜ ਵੱਜ ਕੇ ਜਾਣ, ਆਪ ਦੀ ਗੱਲ ਨੂੰ ਜੁਰਤ ਨਾਲ ਰੱਖਣ, ਕਿਸਾਨ ਦੇ ਹਿੱਤ ਦੇ ਵਿੱਚ ਰੱਖਣ ਤੇ ਨਾਲ ਦੇਸ਼ ਹਿੱਤ ਵੀ ਦੇਖਣ, ਕਿਸਾਨ ਹਿੱਤ ਵੀ ਦੇਖਣ, ਦੇਸ਼ ਹਿੱਤ ਵੀ ਦੇਖਣ, ਸੂਬਾ ਹਿੱਤ ਵੀ ਦੇਖਣ। ਸਾਡੀ ਡਿਊਟੀ ਹੈ। ਇਸ ਚਿੱਠੀ ਵਿੱਚ 29 ਕਿਸਾਨ ਜਥੇਬੰਦੀਆਂ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਸੱਦੇ ਤੇ ਫੈਸਲੇ ਦੀ ਗੱਲ ਕਹੀ ਜਾ ਰਹੀ ਹੈ। ਸਾਰੀਆਂ ਜਥੇਬੰਦੀਆਂ ਨੂੰ ਸਾਡੀ ਜਥੇਬੰਦੀ ਦਾ ਵਿੱਚ ਨਾਂ ਪਾਇਆ ਵਾ, ਉਹਦੇ ਬਾਰੇ ਅਸੀਂ ਕੱਲ ਮੀਟਿੰਗ ਕਰਕੇ ਸਵੇਰੇ ਫੈਸਲਾ ਕਰਕੇ ਦੱਸਾਂਗੇ। ਪਰ ਪਹਿਲੀ ਪ੍ਰਤੀਕਿਰਿਆ ਤੇ ਸਾਡੀ ਇਹ ਆ, ਅਸੀਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਵੀ ਉਹ ਗੱਲਬਾਤ ਕਰਨ। ਲੜਾਈ ਸਾਡੀ ਜਾਰੀ ਰਹੂਗੀ, ਪਰ 14 ਦਾ ਸੱਦਾ ਦਿੱਤਾ, ਸਾਡੇ ਕਿਸਾਨਾਂ ਦੇ ਪ੍ਰੈਸ਼ਰ ਕਰਕੇ ਦਿੱਤਾ ਤੇ ਅਸੀਂ ਮੀਟਿੰਗ ਦੇ ਵਿੱਚ ਜਾਵਾਂਗੇ। ਉਧਰ ਕਿਸਾਨਾਂ ਤੱਕ ਪਹੁੰਚ ਕਰਨ ਦੇ ਲਈ ਬੀਜੇਪੀ ਆਪਣੇ ਵੱਡੇ ਚਿਹਰਿਆਂ ਨੂੰ ਮੈਦਾਨ ਦੇ ਵਿੱਚ ਉਤਾਰਨ ਜਾ ਰਹੀ ਹੈ। ਬੀਜੇਪੀ ਨੇ ਮੈਗਾ ਕੈਂਪੇਨ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ 10 ਕੇਂਦਰੀ ਮੰਤਰੀ ਵਰਚੁਅਲ ਰੈਲੀਆਂ ਦੇ ਜ਼ਰੀਏ ਕਿਸਾਨਾਂ ਨੂੰ ਕਾਨੂੰਨਾਂ ਦੇ ਪ੍ਰਤੀ ਜਾਗਰੂਕ ਕਰਨਗੇ ਅਤੇ ਇਸ ਲਿਸਟ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੋਂ ਲੈ ਕੇ ਅਨੁਰਾਗ ਠਾਕੁਰ ਤੇ ਸ਼੍ਰੀਮਤੀ ਇਰਾਨੀ ਤੱਕ ਦਾ ਨਾਮ ਸ਼ਾਮਲ ਹੈ। ਪੰਜਾਬ 'ਚ ਅਸੀਂ 8 ਪ੍ਰੈਸ ਕਾਨਫਰੰਸਿਸ ਕਰੇ ਜਾ ਰਹੇ ਹਾਂ, ਜਿਸ 'ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰੈਸ ਦੇ ਰਾਹੀਂ ਅਸੀਂ ਪ੍ਰੈਸ ਨਾਲ ਸਾਡੇ ਮਿਨਿਸਟਰਸ ਗੱਲ ਕਰਨਗੇ ਔਰ ਪ੍ਰੈਸ ਰਾਹੀਂ ਉਹ ਸੰਦੇਸ਼ ਕਿਸਾਨਾਂ ਤੱਕ ਪਹੁੰਚਾਇਆ ਜਾਏਗਾ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਜੀ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ ਕਿਸਾਨਾਂ ਨਾਲ ਗੱਲ ਕਰ ਰਹੀ ਹੈ
ਕਿਉਂਕਿ ਸਾਡੀ ਪਾਰਟੀ ਦਾ ਬੜਾ ਸਿੱਧਾ ਮੰਨਣਾ ਹੈ, ਸਾਡੇ ਨੇਤਾ ਸ਼੍ਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਕਿਸਾਨ ਭਗਵਾਨ ਹੈ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 1 ਅਕਤੂਬਰ ਤੋਂ ਜਾਰੀ ਹੈ। ਇਸ ਵਿਚਾਲੇ ਸਰਕਾਰਾਂ ਨੂੰ ਹੁਣ ਜ਼ਰੂਰੀ ਵਸਤਾਂ ਦੀ ਘਾਟ ਹੋਣ ਦੀ ਚਿੰਤਾ ਸਤਾਉਣ ਲੱਗੀ ਹੈ। ਤਾਂ ਕਿ ਇਸ ਵਾਰ ਮੀਟਿੰਗ ਵਿੱਚ ਕੋਈ ਸਾਰਥਕ ਹੱਲ ਨਿਕਲੇਗਾ, ਜਵਾਬ ਦੇ ਲਈ ਬੁੱਧਵਾਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਚੰਡੀਗੜ੍ਹ ਤੋਂ ਰੋਹਿਤ ਬੰਸਲ ਦੇ ਨਾਲ ਪੰਕਜ ਕਪਾਹੀ, ਨਿਊਜ਼ 18। ਤੇ ਬੀਜੇਪੀ ਵੱਲੋਂ ਬਣਾਈ ਗਈ 8 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਤੇ ਸੀਨੀਅਰ ਬੀਜੇਪੀ ਆਗੂ ਸੁਰਜੀਤ ਜਿਆਨੀ ਨੇ ਕਿਹਾ ਹੈ ਕਿ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਖਦਸ਼ੇ ਦੱਸਣ ਔਰ ਜੋ ਖਦਸ਼ੇ ਉਹਨਾਂ ਦੇ ਨੇ ਉਸ ਮੁਤਾਬਕ ਕਾਨੂੰਨ ਦੇ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ। ਵੀ ਤਾਂ ਕੇਂਦਰ ਸਰਕਾਰ ਇਹਨਾਂ ਬਿੱਲਾਂ 'ਚ ਸੋਧ ਕਰਨ ਲਈ ਤਿਆਰ ਹੈ। ਕਿਉਂ ਨਹੀਂ ਕਰੇਗੀ? ਕਿਸਾਨ ਹਿੱਤ ਦੀ ਗੱਲ ਹੋਈ, ਕਿਉਂ ਨਹੀਂ ਕਰੇਗੀ? ਅਸੀਂ ਕਿਸਾਨ ਹਿੱਤ ਵਾਸਤੇ ਬਣਾਇਆ, ਗਾਲਾਂ ਖਾਣ ਵਾਸਤੇ ਤਾਂ ਨਹੀਂ ਬਣਾਇਆ। ਅਸੀਂ ਕਿਸਾਨ ਹਿੱਤ ਵਾਸਤੇ ਬਣਾਇਆ। ਜੇ ਸੋਧ ਕਰਨੀ ਤਾਂ ਜ਼ਰੂਰ ਕਰਾਂਗੇ। ਅਸੀਂ ਕਿਸਾਨ ਦਾ ਭਲਾ ਕਰਨਾ ਹੈ, ਕਿਸਾਨ ਨੂੰ ਖੁਸ਼ਹਾਲ ਬਣਾਉਣਾ ਹੈ। ਸਾਨੂੰ ਪਤਾ ਹੈ ਕਿ 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਨੇ। 80% ਲੋਕ ਜੋ ਖੁਸ਼ਹਾਲ ਹੋਣਗੇ, ਸਾਡਾ ਪਿੰਡ ਖੁਸ਼ਹਾਲ ਹੋਏਗਾ, ਸਾਡਾ ਸੂਬਾ ਖੁਸ਼ਹਾਲ, ਸਾਡਾ ਦੇਸ਼ ਖੁਸ਼ਹਾਲ ਹੋਏਗਾ। ਇਹਦੇ ਵਿੱਚ ਅੱਛਾ ਇੱਕ ਗੱਲ ਹੋਰ ਹੈ, ਜਿਵੇਂ ਹੁਣ 70 ਸਾਲ ਜਿਹੜੇ ਸਿਸਟਮ ਨਾਲ ਚੱਲ ਰਹੇ ਆ, ਅਗਰ ਉਹ ਹੀ ਅੱਛਾ ਹੁੰਦਾ ਤੇ ਪਹਿਲੇ ਐਵੇਂ ਕਹਿ ਦਈਏ ਵੀ ਪਹਿਲੇ ਲਿੰਕ ਰੋਡ ਸੀਗੀ, कहते डबल क्यों बना रहे हो जी, जमीन रुद्दी जा रही है, हम 4 लेन बन गई, 6 लेन बन गई, 8 लेन बन जूगी। क्या जो साधन चीज़ां बदल गया, सानू तब्दीली तो लियानी पऊगी, किसी चीज़ के विच तब्दीली नहीं आऊगी। ਸੋ ਕੇਂਦਰੀ ਖੇਤੀਬਾੜੀ ਮੰਤਰੀ ਭਾਵੇਂ ਕਿਸਾਨਾਂ ਨੂੰ ਗੱਲਬਾਤ ਦੇ ਲਈ ਸੱਦਾ ਦੇ ਰਹੇ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਖੁਦ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਧਰ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਗੱਲਬਾਤ ਦੇ ਨਾਲ ਹੀ ਇਸ ਦਾ ਕੋਈ ਸਥਾਈ ਹੱਲ ਨਿਕਲ ਸਕਦਾ ਹੈ। ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ, ਤੁਸੀਂ ਆਪ ਬੁਲਾਓ ਮੀਟਿੰਗ, ਆਪ ਬੁਲਾ ਕੇ ਸਾਰੀ ਜਥੇਬੰਦੀਆਂ ਨੂੰ ਬੁਲਾਓ, ਸਾਰੇ ਆਰਗੇਨਾਈਜ਼ੇਸ਼ਨ ਬੁਲਾਓ ਤੇ ਸੁਣੋ ਕਿ ਕੀ ਇਹਨਾਂ ਦੀ ਸ਼ੰਕੀ ਹੈ। ਜੋ ਪੰਜਾਬ ਦੇ ਕਿਸਾਨਾਂ ਨੇ ਆਪਣਾ ਖੂਨ ਪਸੀਨਾ ਬਹਾ ਕੇ ਪੂਰੇ ਦੇਸ਼ ਨੂੰ, ਜਿੱਥੇ ਹੈਗਾ ਦੇਸ਼ ਅੱਜ ਤਰੱਕੀ ਦੇ ਰਾਹ 'ਚ ਹੈ, ਕਿਸਾਨੀ ਕਰਕੇ ਹੈ। ਮੈਂ ਜਿਹੜਾ ਕਹਿਣਾ ਚਾਹੁੰਦਾ ਹੈ, ਜੇ ਕਿਸਾਨ ਖੁਸ਼ ਹੈ ਤਾਂ ਪੂਰਾ ਸੂਬਾ ਖੁਸ਼ ਹੈ ਤੇ ਪੂਰਾ ਦੇਸ਼ ਖੁਸ਼ ਹੈ। ਦੇਖੋ, ਮੈਂ ਸਮਝਦਾ ਸੈਂਟਰ ਸਰਕਾਰ ਨੂੰ, ਬੀਜੇਪੀ ਨੂੰ ਬਹੁਤ ਤਹਮੇ ਤੋਂ ਲੈਣਾ ਚਾਹੀਦਾ, ਕਿਉਂਕਿ ਪੰਜਾਬ ਬਹੁਤ ਬੁਰੀ ਹਾਲਾਤ ਵਿੱਚ ਨਿਕਲ ਰਿਹਾ ਹੈ। ਇਸ ਵਕਤ ਕਿਸੇ ਵੀ ਗੱਲਾਂ ਤੋਂ ਆ ਕੇ ਵਿਗਾੜੀ ਜਾ ਸਕਦੀ ਹੈ। ਮੈਂ ਸਮਝਦਾ ਕਿ ਅੱਜ ਵੀ ਵਕਤ ਹੈ, ਚਲੋ ਹੁਣੀ ਮੈਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਫਿਰ ਬੁਲਾਇਆ ਹੈ ਦਿੱਲੀ। ਮੈਂ ਕਹਿੰਦਾ ਵੀ ਕਿਸਾਨ ਯੂਨੀਅਨਾਂ ਨੂੰ ਬੁਲਾ ਕੇ, ਜਿੰਨੇ ਆ 31 ਨੇ, ਉਹਨਾਂ ਦੇ ਰਿਪਰੈਜ਼ੈਂਟੇਟਿਵ ਨੂੰ ਬੁਲਾ ਕੇ ਉਹਨਾਂ ਨਾਲ ਸਿੱਧੀ ਗੱਲ ਕਰਨ। ਤੇ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿੱਤੀ ਹੈ ਕਿ ਅਮਰਿੰਦਰ ਸਿੰਘ ਖੁਦ ਦਿੱਲੀ ਜਾ ਕੇ ਕੇਂਦਰ ਸਰਕਾਰ ਨਾਲ ਜੁਰਤ ਨਾਲ ਗੱਲ ਕਰਨ। ਤਾਂ ਇਸ ਤੇ ਕਾਂਗਰਸ ਦਾ ਵੀ ਪ੍ਰਤੀਕਰਮ ਆਇਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕਿਸਾਨੀ ਮਸਲੇ ਤੇ ਪੂਰੀ ਤਰ੍ਹਾਂ ਗੰਭੀਰ ਨੇ ਤੇ ਹਰ ਫਰੰਟ ਤੇ ਲੜਾਈ ਲੜ ਰਹੇ ਨੇ। ਕੈਪਟਨ ਸਾਹਿਬ ਨੂੰ ਕਹਿਣਾ ਚਾਹੀਦਾ ਪਰ ਘੱਟ ਤੋਂ ਘੱਟ ਉੱਤੇ ਜਾ ਕੇ ਗੱਲ ਤਾਂ ਕਰਨ, ਰੌਲਾ ਪਾਉਣ, ਹਿੰਮਤ ਰੱਖਣ। ਇਜਲਾਸ ਬੁਲਾਉਣ ਦੀ ਗੱਲ ਸੀ, ਉੱਥੋਂ ਵੀ ਯੂ-ਟਰਨ ਲੈ ਗਏ। ਇਜਲਾਸ ਬਣਾ ਲੈਣ, ਉਹਦੇ ਨਾਲ ਨਹੀਂ ਹੋਣਾ, ਉੱਤੇ ਜਾ ਕੇ ਮੋਦੀ ਨੂੰ ਖੜਕਾਉਣਾ ਪੈਣਾ। ਕੈਪਟਨ ਸਾਹਿਬ ਨੂੰ ਕਹਿਣਾ ਚਾਹੀਦਾ ਪਰ ਘੱਟ ਤੋਂ ਘੱਟ ਉੱਤੇ ਜਾ ਕੇ ਗੱਲ ਤਾਂ ਕਰਨ, ਰੌਲਾ ਪਾਉਣ, ਹਿੰਮਤ ਰੱਖਣ। ਇਜਲਾਸ ਬੁਲਾਉਣ ਦੀ ਗੱਲ ਸੀ, ਉੱਥੋਂ ਵੀ ਯੂ-ਟਰਨ ਲੈ ਗਏ। ਇਜਲਾਸ ਬਣਾ ਲੈਣ, ਉਹਦੇ ਨਾਲ ਨਹੀਂ ਹੋਣਾ, ਉੱਤੇ ਜਾ ਕੇ ਮੋਦੀ ਨੂੰ ਖੜਕਾਉਣਾ ਪੈਣਾ। ਬਿਲਕੁਲ ਜਾਣ ਨੂੰ ਤਿਆਰ ਨੇ ਸੀਐਮ ਸਾਹਿਬ। ਜਦੋਂ ਵੀ ਪ੍ਰਾਈਮ ਮਿਨਿਸਟਰ ਕਹਿਣਗੇ ਜਾਣਗੇ, ਬਿਲਕੁਲ ਜਾਣਗੇ। ਕਿਸਾਨਾਂ ਨੂੰ ਸਾਰਿਆਂ ਨੂੰ ਨਾਲ ਲੱਗ ਕੇ ਜਾਣਾ ਚਾਹੀਦਾ। ਸੀਐਮ ਨੇ ਤਾਂ ਪਹਿਲਾਂ ਵੀ ਕਿਹਾ, ਸ਼ਾਇਦ ਬਾਦਲ ਸਾਹਿਬ ਨੇ ਸੁਣਿਆ ਨਹੀਂ, ਸੁਖਬੀਰ ਜੀ ਨੇ ਉਹਨਾਂ ਨੇ ਤਾਂ ਕਿਹਾ ਵੀ ਚਲੋ ਮੈਂ ਦਿੱਲੀ ਤੱਕ ਤੁਹਾਡੇ ਨਾਲ ਚੱਲਦਾ, ਸਾਰੀ ਕੈਬਨਿਟ ਨਾਲ ਜਾਏਗੀ। ਤੇ ਉਧਰ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਰੁਖ ਕਰ ਲਿਆ ਹੈ। ਆਮ ਆਦਮੀ ਪਾਰਟੀ ਵੱਲੋਂ ਕੱਲ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੰਤਰ ਮੰਤਰ ਤੇ, ਜਿਸ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਣਗੇ। ਪੰਜਾਬ ਆਮ ਆਦਮੀ ਪਾਰਟੀ ਵੱਲੋਂ ਚਲੋ ਦਿੱਲੀ ਦਾ ਨਾਰਾ ਦਿੱਤਾ ਗਿਆ ਹੈ। ਭਗਵੰਤ ਮਾਨ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਗੇ, ਕੇਂਦਰ ਨੂੰ ਜਗਾਉਣ ਦਾ ਕੰਮ ਕੀਤਾ ਜਾਏਗਾ। ਉਧਰ ਕਾਂਗਰਸ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ ਤੇ ਪੁੱਛਿਆ ਹੈ ਕਿ ਕੇਜਰੀਵਾਲ ਹੁਣ ਤੱਕ ਖੇਤੀ ਕਾਨੂੰਨਾਂ ਤੇ ਬੋਲੇ ਕਿਉਂ ਨਹੀਂ। ਆਮ ਆਦਮੀ ਪਾਰਟੀ ਨੇ
12 ਤਰੀਕ ਨੂੰ ਯਾਨੀ ਕਿ ਕੱਲ ਨੂੰ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਧਰਨਾ ਦੇਣਾ ਹੈ। ਦਿੱਲੀ ਚਲੋ ਦੀ ਮੁਹਿੰਮ ਜਿਹੜੀ ਹੈ ਉਹ ਪਿਛਲੇ 2 ਦਿਨਾਂ ਤੋਂ ਮੈਂ ਹੁਸ਼ਿਆਰਪੁਰ ਦੇ ਵਿੱਚ ਪਿੰਡਾਂ 'ਚ ਜਾ ਕੇ ਵੀ ਗ੍ਰਾਮ ਸਭਾਵਾਂ ਕੀਤੀਆਂ, ਉੱਥੇ ਵੀ ਕਿਹਾ। ਅੱਜ ਮੁਕਤਸਰ ਦੇ ਵਿੱਚ ਭਲਾਈਆਣਾ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਕਿਸਾਨ ਜਾਗਰਤੀ ਰੈਲੀ ਹੈ ਇਸੇ ਸਿਲਸਿਲੇ 'ਚ ਹੀ ਗ੍ਰਾਮ ਸਭਾ ਬਾਰੇ ਤੇ ਦਿੱਲੀ ਜਾਣ ਬਾਰੇ ਉੱਥੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਸੋ ਦਿੱਲੀ ਜਾ ਕੇ ਜੰਤਰ ਮੰਤਰ ਤੇ ਉਹਨਾਂ ਸਰਕਾਰਾਂ ਦੇ ਜਿਹੜੇ ਬੋਲੇ ਕੰਨ ਨੇ ਉਹਨਾਂ ਤੱਕ ਪਹੁੰਚਾਈ ਆਵਾਜ਼ ਪੰਜਾਬ ਦੀ, ਪੰਜਾਬੀਅਤ ਦੀ, ਕਿ ਲੋਕ ਜਿਹੜੇ ਨੇ ਕਿਵੇਂ ਆਪਣੇ ਭਵਿੱਖ ਦੀ ਚਿੰਤਾ ਦੇ ਵਿੱਚ ਨੇ, ਆਪਣੇ ਚੁੱਲ੍ਹਿਆਂ ਦੀ ਅੱਗ ਬਚਾਉਣ ਲਈ ਲੜਾਈ ਲੜ ਰਹੇ ਨੇ। ਔਰ ਇਹਨਾਂ ਸੰਘਰਸ਼ਾਂ ਦਾ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਥ ਦੇਵਾਂਗੇ, ਸਮਰਥਨ ਕਰਦੇ ਹਾਂ ਔਰ ਕਰਦੇ ਰਹਾਂਗੇ। ਤਾਂ ਆਮ ਆਦਮੀ ਪਾਰਟੀ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਚੁੱਕੀ ਹੈ। ਕੱਲ ਨੂੰ ਇਹ ਪ੍ਰਦਰਸ਼ਨ ਕੀਤਾ ਜਾਣਾ ਹੈ ਤੇ ਉਧਰ ਕਾਂਗਰਸ ਸਵਾਲ ਕਰ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ਤੇ ਹੁਣ ਤੱਕ ਚੁੱਪ ਕਿਉਂ ਰਹੇ ਨੇ। ਪਾਰਟੀ ਨੇ ਡਿਸਾਈਡ ਕੀਤਾਗਾ ਕਿ ਅਸੀਂ ਕੱਲ ਨੂੰ ਜੰਤਰ ਮੰਤਰ 'ਚ ਧਰਨਾ ਦੇਵਾਂਗੇ, ਕਿਉਂਕਿ ਜਿਹੜੇ 3 ਬਿੱਲ ਆਏ ਨੇਗੇ, 3 ਜਿਹੜੇ ਪਹਿਲਾਂ ਆਰਡੀਨੈਂਸ ਆਏ ਸੀ, ਹੁਣ ਬਿੱਲ ਆਏ ਨੇ, ਕਿਸਾਨ ਵਿਰੋਧੀ ਨੇ, ਖੇਤ ਮਜ਼ਦੂਰ ਵਿਰੋਧੀ ਨੇ। ਅਸੀਂ ਇਹਨਾਂ ਦੇ ਕਰਕੇ ਜਿਹੜਾ ਕੱਲ ਨੂੰ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਦੇਂਗੇ, ਇਸ ਜਿਹੜਾ ਹੈ ਧਰਨਾ ਦੇਵਾਂਗੇ। ਸਰ ਇਹ ਕੀ ਕਹਿਣਾ ਚਾਹੋਗੇ, ਕਿਹੜੇ ਨੇਤਾ ਤੁਹਾਡੇ ਉੱਥੇ ਮੌਜੂਦ ਰਹਿਣਗੇ, ਕੀ ਕੇਜਰੀਵਾਲ ਵੀ ਉੱਥੇ ਮੌਜੂਦ ਰਹਿਣਗੇ, ਇਹਦੇ ਬਾਰੇ? ਸਾਡੀ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਆ ਪੰਜਾਬ ਦੀ, ਦਿੱਲੀ ਦੇ ਸੀਐਮ ਸਾਰੇ ਉੱਥੇ ਜਿਹੜੇ ਮੌਜੂਦ ਰਹਾਂਗੇ। ਕੱਲ੍ਹ ਨੂੰ ਜਿਹੜਾ ਪ੍ਰੋਟੈਸਟ ਬਹੁਤ ਵੱਡਾ ਪ੍ਰੋਟੈਸਟ ਆ, ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਇਹ ਵਿਚਾਰ ਰੱਖਦੀ ਆ ਕਿ ਪੰਜਾਬ ਵਿੱਚ ਜਿਹੜਾ ਪ੍ਰੋਟੈਸਟ ਕਰਨ ਦੀ ਬਜਾਏ ਜਿਹੜੇ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਚਾਹੇ ਉਹ ਕਾਂਗਰਸ ਆ ਚਾਹੇ ਉਹ ਅਕਾਲੀ ਦਲ ਆ, ਉਹਦੀ ਬਜਾਏ ਜਿਹੜਾ ਦਿੱਲੀ ਦੀ ਪ੍ਰੋਟੈਸਟ ਆ ਉਹਦੇ ਨਾਲ ਮੈਂ ਸਮਝਦਾ ਦਿੱਲੀ ਸਰਕਾਰ ਤੇ ਅਸਰ ਪਊਗਾ, ਦਿੱਲੀ ਦੀ ਕੇਂਦਰ ਦੀ ਬੀਜੇਪੀ ਸਰਕਾਰ ਤੇ ਅਸਰ ਪਊਗਾ। ਸੋ ਅਸੀਂ ਜਿਹੜਾ ਫੈਸਲਾ ਕੀਤਾ ਗਾ ਕਿ ਅਸੀਂ ਦਿੱਲੀ ਦੇ ਵਿੱਚ ਕੱਲ੍ਹ ਜਾ ਕੇ ਜੰਤਰ ਮੰਤਰ ਉਹਨਾਂ ਦਾ ਜਿਹੜਾ ਮੁਖੀ ਹੈ, ਕੀ ਹੈ ਨਾਮ ਉਹਦਾ, ਕੀ ਹੈ, ਕੇਜਰੀਵਾਲ ਨੇ ਤਾਂ ਹੁਣ ਤੱਕ ਇੱਕ ਸ਼ਬਦ ਨਹੀਂ ਕੱਢਿਆ। ਦਿੱਲੀ 'ਚ ਬੈਠੇ ਨੇ, ਉਹ ਕੀ ਕਰਨਗੇ ਜਾ ਕੇ? ਉਹ ਤਾਂ ਐਵੇਂ ਮਿਲੇ ਹੋਏ ਨੇ, ਆਵਾਜ਼ ਬੁਲੰਦ ਕਰ ਪਾਉਣਗੇ ਕਿਸਾਨਾਂ ਦੀ। ਕੁਛ ਵੀ ਨਹੀਂ ਕਰ। ਜਿਹੜੇ ਬੰਦੇ ਆਪਣਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸਾਲੇ ਤੋਂ, ਕੀ ਨਾਮ ਉਹਨਾਂ ਦਾ, ਮਜੀਠੀਆ ਸਾਹਿਬ ਤੋਂ ਲਿਖਤੀ ਮਾਫੀ ਮੰਨ ਕੇ ਹਾੜੇ ਮਾਫੀ ਮੰਗੇ ਤੇ ਉਹ ਪੰਜਾਬ ਲਈ ਖੜ ਨਹੀਂ ਸਕਦੇ। ਤੇ ਖਬਰ ਕਰਨਾਲ ਤੋਂ। ਕਰਨਾਲ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਪੁਲਿਸ ਦੇ ਨਾਲ ਭਿੜ ਗਏ। ਜਿਸ ਵੇਲੇ ਆਮ ਆਦਮੀ ਪਾਰਟੀ ਦੇ ਵਰਕਰ ਪ੍ਰਦਰਸ਼ਨ ਕਰ ਰਹੇ ਸੀ, ਸੀਐਮ ਨਿਵਾਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਵੇਲੇ ਉਹਨਾਂ ਨੂੰ ਰੋਕਿਆ ਗਿਆ ਤੇ ਉਸ ਵੇਲੇ ਪੁਲਿਸ ਤੇ ਆਪ ਵਰਕਰਾਂ ਦੇ ਵਿੱਚ ਖੂਬ ਧੱਕਾ ਮੁੱਕੀ ਹੋਈ। ਦਰਅਸਲ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਹਰਿਆਣਾ ਦੇ ਕਰਨਾਲ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮੌਕੇ ਜਦੋਂ ਪੁਲਿਸ ਨੇ ਆਪ ਵਰਕਰਾਂ ਨੂੰ रोकने की कोशिश की तो उन्होंने पुलिस नाल खूब धक्का मुक्की हुई। सरकार खट्टर सरकार किसानों की विरोधी सरकार है, किसानों पे दमनकारी नीति अपनाती है। किसानों की फसल जब बिक्री का समय आता है मंडियों में अड़चन पैदा करती है। आज हम सब किसानों के हक के अंदर खट्टर सरकार का ये जो किसान विरोधी चेहरा बेनकाब करने के लिए करनाल के अंदर आए हैं और इनका घेराव करने के लिए आए हैं। ਤੇ ਉਧਰ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਰੇਲਵੇ ਟਰੈਕਸ ਤੇ ਡਟੇ ਹੋਏ ਨੇ। 14 ਅਕਤੂਬਰ ਤੱਕ ਪੂਰੀ ਤਰ੍ਹਾਂ ਰੇਲ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਪਹਿਲਾਂ 7 ਤਰੀਕ ਤੱਕ ਸੀ। ਬਾਅਦ ਦੇ ਵਿੱਚ ਕਿਸਾਨਾਂ ਨੇ ਇਸ ਨੂੰ 14 ਅਕਤੂਬਰ ਤੱਕ ਅੱਗੇ ਵਧਾ ਦਿੱਤਾ ਔਰ ਕੋਈ ਵੀ ਰੇਲ ਸੇਵਾ ਪੰਜਾਬ ਦੇ ਵਿੱਚ ਇਸ ਵੇਲੇ ਨਹੀਂ ਚੱਲ ਰਹੀ ਹੈ। ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਨੂੰ ਜਿੱਥੇ ਕਿਸਾਨ ਅੰਦੋਲਨ ਚੱਲ ਰਹੇ ਨੇ। ਬਠਿੰਡਾ, ਮਾਨਸਾ, ਫਿਰੋਜ਼ਪੁਰ ਇਸ ਇਲਾਕੇ ਦੀਆਂ ਤਸਵੀਰਾਂ ਟੀਵੀ ਸਕਰੀਨ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਹਾਲਾਂਕਿ ਪੰਜਾਬ ਸਰਕਾਰ ਇਹ ਕਿਸਾਨਾਂ ਨੂੰ ਅਪੀਲ ਵੀ ਕਰ ਚੁੱਕੀ ਹੈ ਕਿ ਮਾਲ ਗੱਡੀਆਂ ਜਿਹੜੀਆਂ ਨੇ ਉਹ ਆਉਣ ਦਿੱਤੀਆਂ ਜਾਣ, ਕਿਉਂਕਿ ਕੋਲੇ ਕਰਕੇ ਜਾਂ ਹੋਰ ਜਿਹੜਾ ਢੋਆ ਢੁਆਈ ਦਾ ਸਮਾਨ ਹੈ, ਖਾਦ ਹੈ, ਕੋਲਾ ਹੈ ਜਾਂ ਹੋਰ ਜਿਹੜਾ ਕੋਈ ਸਮਾਨ ਆਉਣਾ ਹੈ, ਉਸ ਦੇ ਨਾਲ ਅਗਲੇ ਦਿਨਾਂ 'ਚ ਦਿੱਕਤ ਆ ਸਕਦੀ ਹੈ। ਪਰ ਕਿਸਾਨਾਂ ਨੇ ਫਿਲਹਾਲ ਸਰਕਾਰ ਦੀ ਇਸ ਅਪੀਲ ਨੂੰ ਨਹੀਂ ਮੰਨਿਆ ਹੈ। 14 ਅਕਤੂਬਰ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਫਿਲਹਾਲ ਐਲਾਨ ਕੀਤਾ ਗਿਆ ਹੈ। ਤੇ ਇਹਨਾਂ ਕਿਸਾਨ ਅੰਦੋਲਨਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਅਰਬਨ ਨਕਸਲਵਾਦ ਨਜ਼ਰ ਆ ਰਿਹਾ ਹੈ। ਇਹ ਬਿਆਨ ਹੈ ਬੀਜੇਪੀ ਦੇ ਲੀਡਰ ਦਾ, ਤਰੁਣ ਚੁੱਗ ਦਾ। ਉਹਨਾਂ ਨੇ ਕਿਹਾ ਹੈ ਕਿ ਪੰਜਾਬ 'ਚ ਅਰਬਨ ਨਕਸਲਵਾਦ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਕਿਹਾ ਹੈ ਮੇਧਾ ਪਾਟੇਕਰ ਜਿਹੜੇ ਕੱਲ ਨਰਮਦਾ ਬਚਾਓ ਅੰਦੋਲਨ ਦੇ ਮੁਖੀ ਨੇ, ਉਹ ਕੱਲ ਇੱਕ ਧਰਨੇ ਦੇ ਵਿੱਚ, ਇੱਕ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਸੀ। ਉਹਨਾਂ ਦੀ ਸ਼ਮੂਲੀਅਤ ਤੇ ਤਰੁਣ ਚੁੱਗ ਨੇ ਸਵਾਲ ਚੱਕੇ ਨੇ। ਉਹਨਾਂ ਕਿਹਾ ਹੈ ਕਿ ਖੇਤੀ ਕਾਨੂੰਨ ਦੇ ਬਹਾਨੇ ਜਾਂ ਇਹਨਾਂ ਦਾ ਵਿਰੋਧ ਕਰਨ ਦੇ ਬਹਾਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ
ਤੇ ਕਈ ਏਜੰਸੀਆਂ ਇਸ ਪਾਸੇ ਵੱਲ ਕੰਮ ਕਰ ਰਹੀਆਂ ਨੇ। ਕਿਸਾਨਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਤਰੁਣ ਚੁੱਗ ਨੇ ਕਿਹਾ ਕਿ ਵਿਰੋਧ ਕਰਨ ਤੋਂ ਪਹਿਲਾਂ ਕਿਸਾਨ ਕਾਨੂੰਨ ਨੂੰ ਪੜ੍ਹ ਲੈਣ। ਔਰ ਇਸ ਬਿਆਨ ਤੇ ਕਾਂਗਰਸੀ ਐਮਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਅੱਤਵਾਦ ਵੇਖਿਆ ਹੈ, ਹੁਣ ਅਰਬਨ ਨਕਸਲੀ ਕਹਿ ਕੇ ਪਹਿਲਾਂ ਵਰਗੇ ਹਾਲਾਤ ਦੁਬਾਰਾ ਨਾ ਬਣਾਏ ਜਾਣ। आपके संघर्ष को मैं सलाम करने के लिए ही आई। लड़ रहे हैं ਤੇ ਕਿਸਾਨ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ, ਵਿਨਮਰ ਪ੍ਰਾਰਥਨਾ, ਤੁਸੀਂ ਸਾਡੇ ਭਗਵਾਨ ਹੋ। ਮੇਰੀ ਉਹਨਾਂ ਅੱਗੇ ਪ੍ਰਾਰਥਨਾ ਹੈ ਕਿ ਇਸ ਬਿਲਸ ਨੂੰ ਸਟੱਡੀ ਕਰਾਓ, ਛੱਡ ਦਈਏ ਜਿਹੜੇ ਹੈ ਸੋ ਕਾਲਡ ਅਰਬਨ ਨਕਸਲ ਔਰ ਇਹਨਾਂ ਦੇ ਪਿੱਛੇ ਕੜੀਆਂ ਏਜੰਸੀਆਂ ਕੰਮ ਕਰ ਰਹੀਆਂ, ਛੱਡ ਦੀ ਉਸ ਗੱਲ ਨੂੰ। ਦੱਸੋ ਮੈਦਾ ਪਾਟੇਕਰ ਇੱਥੇ ਆ ਗਈ ਹੈ, ਹਾਂਜੀ, ਕੀ ਲੈਣਾ ਦੇਣਾ? ਉਹ ਲੋਕ ਵੈਲ ਪਲੈਨਡ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ। ਕੌਣ ਲੋਕ ਮਾਹੌਲ, ਅਕਾਲੀ ਮਾਹੌਲ ਖਰਾਬ ਕਰਨਾ ਚਾਹੁੰਦੇ? ਮੈਂ ਤੁਹਾਨੂੰ ਕਿਹਾ ਅਰਬਨ ਨਕਸਲਸ ਔਰ ਕੁਝ ਲੋਕਾਂ ਦੇ ਪੋਲੀਟੀਕਲ ਮੋਟਿਵਸ ਨੇ। ਸਾਨੂੰ ਪੰਜਾਬ ਦੇ ਕਿਸਾਨ ਨੂੰ ਇਹਨਾਂ ਬਿੱਲਾਂ ਨੂੰ ਸਟੱਡੀ ਕਰਨਾ ਕਿ ਪੰਜਾਬ ਸਰਹੱਦ ਦਾ ਸੂਬਾ ਹੈ ਔਰ ਜੇ ਤੁਸੀਂ ਅੱਜ ਤੋਂ 150 ਸਾਲ ਪਿੱਛੇ ਜਾਓ ਤਾਂ ਇਹ ਜਿਹੜਾ ਫਰੰਟੀਅਰ ਸੀ ਹਿੰਦੁਸਤਾਨ ਦਾ, ਇਹ ਬੜਾ ਹੈਵੀਲੀ ਮਿਲਟਰਾਈਜ਼ਡ ਰਿਹਾ ਹੈਗਾ। ਔਰ ਇਸ ਲਈ ਜੇ ਇੱਥੇ ਤੁਸੀਂ ਕਿਸਾਨ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਨੈਟ ਹੈਗਾ ਜਾਂ ਸੋਸ਼ਲ ਸੇਫਟੀ ਨੈਟ ਹੈ, ਜਿਹਦੇ ਦੋ ਖੰਭੇ ਨੇ, ਇੱਕ ਸਰਕਾਰੀ ਖਰੀਦ, ਇੱਕ MSP, ਉਹਨੂੰ ਛੇੜਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ परिणाम बहुत ही दूरगामी और बहुत ही खराब हो सकते हैं। एक छोटे ਜਿਹੇ कमर्शियल ब्रेक ਦਾ ਵੇਲਾ ਹੈ, ਜਲਦ ਵਾਪਸ ਆਉਂਦੇ। ਤੇ ਹੁਣ ਬੰਗਾਲ ਦੇ ਵਿੱਚ ਇੱਕ ਸਿੱਖ ਸੁਰੱਖਿਆ ਮੁਲਾਜ਼ਮ ਨਾਲ ਹੋਈ ਬਦਸਲੂਕੀ ਦੇ ਮਾਮਲੇ ਦਾ ਜ਼ਿਕਰ ਕਰ ਲੈਂਦੇ ਹਾਂ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਇੱਕ ਵਫਦ ਕੋਲਕਾਤਾ ਪਹੁੰਚਿਆ ਔਰ ਪੇਸ਼ੀ ਦੌਰਾਨ ਬਲਵਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਮਨਜਿੰਦਰ ਸਿਰਸਾ ਨੇ ਉਹਨਾਂ ਕਿਹਾ ਕਿ ਸਿੱਖ ਨੌਜਵਾਨ ਦੇ ਨਾਲ ਅਣਮਨੁੱਖੀ ਵਿਵਹਾਰ ਹੋ ਰਿਹਾ ਹੈ, ਸੰਵਿਧਾਨ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਸਿਰਸਾ ਨੇ ਕਿਹਾ ਕਿ ਇਹ ਇਨਸਾਫ ਅਤੇ ਦਸਤਾਰ ਦੀ ਲੜਾਈ ਹੈ ਔਰ ਅਸੀਂ ਬਲਵਿੰਦਰ ਸਿੰਘ ਨੂੰ ਇਨਸਾਫ ਦਿਵਾ ਕੇ ਰਹਾਂਗੇ। ਦਸਤਾਰ ਦੀ ਬੇਅਦਬੀ ਮਾਮਲੇ ਵਿੱਚ ਉਥੋਂ ਦੀ ਮਮਤਾ ਬੈਨਰਜੀ ਸਰਕਾਰ ਨੇ ਵੀ ਸਫਾਈ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਸੂਬੇ 'ਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨੇ। ਨੌਜਵਾਨ ਨੂੰ ਗੈਰ ਕਾਨੂੰਨੀ ਹਥਿਆਰਾਂ ਨਾਲ ਕਾਬੂ ਕੀਤਾ ਗਿਆ ਹੈ। ਬੇਵਜ੍ਹਾ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਪੁਲਿਸ ਕਾਨੂੰਨ ਦੇ ਮੁਤਾਬਕ ही काम कर रही है। आप देख रहे हैं किस तरह से बैठक के ऊपर जब हमारी उससे मुलाकात हुई, वो पूरे हौसले के अंदर, और हमने उसको विश्वास दिलाया ये लड़ाई हम जीतने के लिए लड़ रहे हैं और 100 हम ही जीतेंगे इस लड़ाई को और उन लोगों के खिलाफ कार्रवाई कराएंगे। हमें डरा नहीं सकता। ये लड़ाई इंसाफ की लड़ाई है, ये लड़ाई दस्तार की लड़ाई है, ककार की लड़ाई है। और तुम इस तरह से जाति कर रहे, आप देख रहे हैं क्या को आतंकवादी है? 20 पुलिस वाले उसको पकड़ के ले जा रहे, को आतंकवादी है? अरे पैरा मिलिट्री फोर्सेस का आदमी है जिसने जम्मू कश्मीर में देश के लिए लड़ाई लड़ी है और आज इस तरह से आप जलील कर रहे हैं उन लोगों को। मुझे शर्म आती है कहते हुए, ऐसे देश का कानून जिन लोगों ने बनाया था आज वो शर्म कर रहे होंगे। संविधान की धज्जियां उड़ाई जा रही हैं, इनजस्टिस किया जा रहा है, इनह्यूमन ट्रीटमेंट किया जा रहा है। एक और छोटा जा कमर्शियल ब्रेक, जल्द वापस होने।